Hello, dear students. Welcome to your own favorite learning channel, True Student English Guru. So, ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 3 different types of sentences, simple, compound and complex. ਔਰ ਅਸੀਂ ਨੂੰ ਬਹੁਤ ਈਜ਼ੀ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਚਾਹੇ ਤੁਸੀਂ ਸਕੂਲ ਜਾਂਦੇ ਹੋ ਜਾਂ ਤੁਸੀਂ ਇੰਗਲਿਸ਼ ਸਿੱਖਣਾ ਚਾਹੁੰਦੇ ਹੋ, ਤੁਸੀਂ ਕਿਸੇ ਵੀ ਲੈਵਲ ਤੇ ਹੋ, ਤੁਹਾਡੇ ਲਈ ਇਸ ਟਾਈਪਸ ਆਫ ਸੈਂਟੈਂਸਸ ਅਸੀਂ ਜਿਸ ਤਰੀਕੇ ਨਾਲ ਕਰਾਇਆ ਬਹੁਤ ਹੀ ਸਿੰਪਲ ਹੈ। ਔਰ ਤੁਸੀਂ ਦੇਖੋ ਕਿ ਇਹਨਾਂ ਸੈਂਟੈਂਸਸ ਨੂੰ ਤੁਸੀਂ ਕਿੱਦਾਂ ਚੇਂਜ ਕਰ ਸਕਦੇ ਹੋ, ਕਿੱਦਾਂ ਸਿੰਪਲ ਟੂ ਕੰਪਾਊਂਡ ਚੇਂਜ ਕਰਨਾ, ਕੰਪਾਊਂਡ ਟੂ ਕੰਪਲੈਕਸ ਬਣਾਉਣਾ ਇਨ ਅ ਵੈਰੀ ਈਜ਼ੀ ਵੇ। ਸੋ ਤੁਸੀਂ ਵੀਡੀਓ ਐਂਡ ਤੱਕ ਜ਼ਰੂਰ ਦੇਖੋ, ਬਿਕਾਜ਼ ਜੇ ਤੁਸੀਂ ਇੰਗਲਿਸ਼ ਸਿੱਖਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਵੀ ਕੰਪੀਟੀਟਿਵ ਐਗਜ਼ਾਮ ਦੇਣਾ ਚਾਹੁੰਦੇ ਹੋ, ਇਸ ਟਾਈਪ ਦੇ ਸੈਂਟੈਂਸਸ ਤੁਹਾਡੇ ਲਈ ਬਹੁਤ ਇੰਪੋਰਟੈਂਟ ਨੇ, ਕਿਉਂਕਿ ਅਸੀਂ ਕੰਪੀਟੀਟਿਵ ਐਗਜ਼ਾਮਸ ਜਾਂ ਆਇਲਸ ਪੀਟੀ ਦੇ ਵਿੱਚ ਅਸੀਂ ਸਿੰਪਲ ਸੈਂਟੈਂਸਸ ਦਾ ਪ੍ਰਯੋਗ ਬਹੁਤ ਘੱਟ ਕਰਦੇ ਹਾਂ। We try to use compound and complex for high band scores, and if you want to learn such, video end तक जरूर देखो and do let me know कि ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਚਲੋ ਬਿਨਾਂ ਟਾਈਮ ਵੇਸਟ ਕਰਦੇ ਸ਼ੁਰੂ ਕਰਦੇ ਹਾਂ ਅਸੀਂ ਅੱਜ ਦਾ ਲੈਸਨ। So let's talk about simple sentence. ਹੁਣ simple sentence ਦੀ ਪਛਾਣ ਕੀ ਹੈ? A simple sentence contains subject and verb. ਇਹਦੇ ਵਿੱਚ subject ਹੋਏਗਾ ਤੇ verb ਹੋਏਗਾ। Subject means ਜਿਹਦੇ ਬਾਰੇ ਗੱਲ ਹੁੰਦੀ ਹੈ, the main person, right, the doer, and verb, action. ਅਸੀਂ ਇਹਦੇ ਵਿੱਚ ਦੇਖਾਂਗੇ ਕਿ sentences ਦੇ ਵਿੱਚ ਦੇਖਾਂਗੇ ਕਿ what is subject and verb. ਤੁਸੀਂ ਧਿਆਨ ਰੱਖਣਾ ਹੈ ਕਿ simple sentence ਦੀ ਪਛਾਣ it contains a subject and verb. Let's have some examples. First example ਦੇਖੋ, he is a musician. So ਜੇ ਸਾਡਾ subject ਕੀ ਹੈ? He, ਕਿਉਂਕਿ he ਬਾਰੇ ਗੱਲ ਹੋ ਰਹੀ ਹੈ, and ਇਹਦੇ ਵਿੱਚ verb ਹੈ is, auxiliary. So verb is. Second example, I took bicycle to the school. So subject is I and verb is took. Again ਧਿਆਨ ਰੱਖਣਾ ਕਿ simple sentence ਦੇ ਵਿੱਚ we will have subject and verb. More one third example, we are preparing pasta for dinner tonight. So we subject ho gaya, then are preparing. So here ਇਹਦੇ ਸਾਡੇ ਕੋ verb ਦੇ ਵਿੱਚ are preparing, we have two verbs, are ਜੋ ਕਿ auxiliary ਹੈ, helping verb ਹੈ, and are preparing main verb ਦੇ ਨਾਲ ing ਲੱਗਿਆ। ਸੋ ਇਹਨੂੰ ਅਸੀਂ phrasal verb ਵੀ ਕਹਿ ਸਕਦੇ ਹਾਂ, ਬਟ ਫਿਲਹਾਲ ਅਸੀਂ ਇੱਥੇ ਇਹਨੂੰ ਕਵਾਂਗੇ verb। ਸੋ ਇਹਦੇ ਸਾਡਾ verb ਹੈ are preparing। ਤੁਸੀਂ ਇਹ ਧਿਆਨ ਰੱਖਣਾ ਕਿ ਸਿੰਪਲ ਸੈਂਟੈਂਸ ਦੇ ਵਿੱਚ ਸਬਜੈਕਟ ਵਰਬ ਤਾਂ ਹੈ ਹੀ ਹੈ, ਬਟ ਇਹਦਾ ਇੱਕ ਫਾਰਮਲ ਨੇਮ ਹੈ। ਤੁਸੀਂ ਬਹੁਤ ਵਾਰੀ ਸੁਣਿਆ ਨੇ, ਅਸੀਂ ਇਹਨੂੰ ਕਹਿੰਦੇ ਆ ਇੰਡੀਪੈਂਡੈਂਟ ਕਲੌਜ਼, राइट। सो एक इंडिपेंडेंट क्लॉज है बिकॉज एक किसी ते भी डिपेंडेंट नहीं है, और अपने अपना जो मीनिंग है वो अपने आप दे रहे हैं। जिन्ने भी एग्जाम्पल्स देखे हैं वो अपना कंप्लीट मीनिंग दे रहे, दे आर नॉट डिपेंडेंट। सो असं इंडिपेंडेंट क्लॉज भी कहने हैं, राइट। सो सिंपल सेंटेंस की पछाण यही है, ध्यान रखना कि सब्जेक्ट ते वर्ब तुहानू मिलेगा। नाउ लेट्स मूव ऑन टू द नेक्स्ट टाइप। Now we'll talk about compound sentence. ਹੁਣ ਕੰਪਾਊਂਡ ਸੈਂਟੈਂਸ ਬਹੁਤ ਈਜ਼ੀ ਹੈ, ਇਹਦੇ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ ਸਿੰਪਲ ਸੈਂਟੈਂਸਸ ਹੋ ਸਕਦੇ ਆ। ਕੰਪਾਊਂਡ ਸੈਂਟੈਂਸਸ ਦੀ ਪਛਾਣ ਇਹ ਹੈ ਕਿ ਇਟ ਹੈਜ਼ ਟੂ ਔਰ ਮੋਰ ਸਿੰਪਲ ਸੈਂਟੈਂਸਸ, ਜਾਂ ਫਿਰ ਸੌਖੇ ਸ਼ਬਦਾਂ 'ਚ ਕਹੀਏ ਇਟ ਹੈਜ਼ ਟੂ ਔਰ ਮੋਰ ਇੰਡੀਪੈਂਡੈਂਟ ਕਲੌਜ਼ਸ। ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਕਿ ਸਿੰਪਲ ਸੈਂਟੈਂਸ ਨੂੰ ਅਸੀਂ ਇੰਡੀਪੈਂਡੈਂਟ ਕਲੌਜ਼ ਵੀ ਕਹਿੰਦੇ ਆ। ਸੋ ਕੰਪਾਊਂਡ ਸੈਂਟੈਂਸ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ ਸਿੰਪਲ ਸੈਂਟੈਂਸਸ ਜਾਂ ਇੰਡੀਪੈਂਡੈਂਟ ਕਲੌਜ਼ਸ ਵੀ ਹੋ ਸਕਦੀਆਂ। Let's see some examples. ਹੁਣ sentence ਦੇਖੋ, I am a lawyer, my wife is a teacher. ਹੁਣ ਇਹ ਦੋ simple sentences ਨੇ, right? but ਜਦ ਅਸੀਂ ਇਹਨਾਂ ਨੂੰ ਬੋਲਦੇ ਹਾਂ ਇਹ ਬਹੁਤ disconnected ਨੇ ਔਰ ਦੋਨੋਂ ਵੱਖਰੇ ਵੱਖਰੇ ਨੇ। ਸੋ ਅਸੀਂ ਇਹਨਾਂ ਨੂੰ compound sentence ਬਣਾਵਾਂਗੇ। I am a lawyer, right? ਹੁਣ ਅਸੀਂ ਇੱਥੇ ਲਗਾ ਲਾਂਗੇ and, comma ਲਗਾ ਕੇ, and my wife is a teacher, right? So ਦੋ sentences ਨੇ, I am a lawyer, comma, and my wife is a teacher. Next sentence, there was a noise around me, I was not disturbed. ਹੁਣ ਤੁਸੀਂ ਕੋ sentence ਹੈ ਕਿ there was a noise around me, ਮੇਰੇ ਆਲੇ ਦੁਆਲੇ ਆਵਾਜ਼ ਸੀ, I was not disturbed। ਹੁਣ ਆ ਜਿਹੜੀ ਗੱਲ ਹੈ opposite ਦਿੱਤੀ, ਕਿਉਂਕਿ ਆਲੇ ਦੁਆਲੇ ਜਦ ਸ਼ੋਰ ਹੋਵੇ ਅਸੀਂ ਯੂਜੂਅਲੀ ਡਿਸਟਰਬ ਹੁੰਦੇ ਆ, ਪਰ ਇੱਥੇ ਲਿਖਿਆ ਕਿ ਮੈਂ ਡਿਸਟਰਬ ਨਹੀਂ ਹੋਇਆ, opposite ਗੱਲ ਹੈ। ਤਾਂ ਅਸੀਂ ਕਹਾਂਗੇ there was a noise around me, right? but ਕਿਉਂਕਿ opposite ਗੱਲ ਹੈ ਅਸੀਂ but ਲਗਾਵਾਂਗੇ comma, but I was not disturbed. Next sentence, we missed the bus, we took a taxi। ਹੁਣ ਦੋ sentences ਨੇ, ਉਹਨਾਂ ਨੇ ਕਿਹਾ ਕਿ ਸਾਡੀ ਬੱਸ ਛੁੱਟ ਗਈ ਤੇ ਅਸੀਂ ਟੈਕਸੀ ਲੈ ਲਈ। ਹੁਣ ਅਸੀਂ ਲਗਾਵਾਂਗੇ we missed the bus, comma, so we took the taxi। ਇਸ ਕਰਕੇ ਅਸੀਂ ਟੈਕਸੀ ਲੈ ਲਈ। Next ਦੇਖੋ, you should return the book, you can pay its price। ਦੋ simple sentences ਨੇ, join ਕਰਾਂਗੇ। you should return the book, comma, or
you can pay its price. या तो तुसी बुक वापस करनी चाहिए ਤੁਹਾਨੂੰ या फिर तुसी ਇਹਦੇ ਪੈਸੇ ਦੇ ਸਕਦੇ ਹੋ or you can pay its price. ਹੁਣ ਸਟੂਡੈਂਟਸ ਧਿਆਨ ਰੱਖੋ ਕਿ ਮੈਂ ਕੰਪਾਊਂਡ ਸੈਂਟੈਂਸ ਬਣਾਉਣ ਲਈ ਇਹ ਜਿਹੜਾ and but so ये और यूज ਕੀਤਾ ਹੈ ਇਹਨੂੰ ਅਸੀਂ ਕਹਿੰਦੇ ਆ coordinating conjunctions. What do we say? Coordinating conjunctions, right? So in a coordinating conjunctions ਨੂੰ use ਕਰਕੇ ਅਸੀਂ simple sentence ਤੋਂ ਕੀ ਬਣਾਇਆ compound sentences ਬਣਾਏ ਔਰ ਇੱਕ ਚੀਜ਼ ਦਾ ਧਿਆਨ ਰੱਖੋ ਕਿ whenever we use coordinating conjunctions ਅਸੀਂ ਪਹਿਲਾ simple sentence ਜਿਹੜਾ first sentence ਲਿਖਿਆ कॉमा लगाया और उस तो बाद फिर मैं कोऑर्डिनेटिंग कंजंक्शन यूज की थी और फिर अपना मैं सेकंड सेंटेंस लगाया, राइट? सो दिस इज द वे यू मेक अ कंपाउंड सेंटेंस. कंफ्यूज नहीं होना, कॉमा जरूर लगाना, उस तो बाद कोऑर्डिनेटिंग कंजंक्शन लगानी है. इच में देखो कॉमा लगाया फिर बट लगाया, कॉमा एंड सो देन कॉमा और. सो दिस इज द वे you make your compound sentences. It's very simple. Now let's do some practice. ਅਸੀਂ simple sentences ਨੂੰ compound sentences ਬਣਾਵਾਂਗੇ by adding coordinating conjunctions. ਪਹਿਲਾ sentence ਦੇਖੋ. The sun was shining, the hot wind was blowing. ਹੁਣ weather ਦਾ ਦੱਸਿਆ ਕਿ sun ਵੀ shine ਕਰ ਰਿਹਾ ਸੀ ਤੇ hot wind ਵੀ blow ਕਰ ਰਹੀ ਸੀ. ਸੋ ਇੱਥੇ ਅਸੀਂ ਕੀ ਲਗਾਵਾਂਗੇ? ਦੋ simple sentences ਨੇ ਔਰ ਦੋਨੋਂ independent ਹੈ, ਅਸੀਂ ਇਹਦੇ ਨਾਲ ਲਗਾ ਦਾਂਗੇ and. The sun was shining, comma and. Right? Weather conditions describe कर रही हैं दोनों sentences. The sun was shining, comma, and the hot wind was blowing. Next sentence देखो. She likes to dance. She doesn't like to sing. ਹੁਣ एक sentence दस रहा है कि उन्होंने dance करना पसंद है, पर उन्होंने गाना गाना नहीं पसंद. Right? So ये opposite second वाली जेडी statement है, ये opposite है. So इतने ਅਸੀਂ लगावांगे but. She likes to dance, comma, but she doesn't like to sing. Next देखो. He runs fast, he always wins the race. ਹੁਣ ਇਹ ਕਿ ਉਹ ਤੇਜ਼ ਭੱਜਦਾ ਹੈ ਤਾਂ ਹੀ ਹਮੇਸ਼ਾ ਉਹ ਰੇਸ ਜਿਹੜਾ ਉਹ ਜਿੱਤਦਾ ਹੈ, ਰਾਈਟ? ਸੋ ਇੱਥੇ ਅਸੀਂ ਲਗਾਵਾਂਗੇ so. He runs fast, comma, so he always wins the race. ਇਸ ਕਰਕੇ ਹਮੇਸ਼ਾ ਉਹ ਰੇਸ ਜਿਹੜੀ ਉਹ ਵਿਨ ਕਰਦਾ ਹੈ. She likes to swim, she prefers to jog in the park. ਹੁਣ ਤੁਸੀਂ ਇਸ ਸੈਂਟੈਂਸ 'ਚ ਦੇਖੋ ਇੱਥੇ ਚੋਇਸਿਸ ਦਿੱਤੀਆਂ ਪ੍ਰੈਫਰੈਂਸ ਕਿ ਜਾਂ ਤਾਂ ਉਹਨੂੰ ਸਵਿਮਿੰਗ ਕਰਨਾ ਪਸੰਦ ਹੈ ਜਾਂ ਫਿਰ ਉਹਨੂੰ ਪਾਰਕ ਦੇ ਵਿੱਚ ਜੋਗਿੰਗ ਕਰਨਾ ਪਸੰਦ ਹੈ, ਰਾਈਟ? ਸੋ ਇਹਦੇ ਵਿੱਚ ਜਿੱਥੇ ਪ੍ਰੈਫਰੈਂਸ ਹੋਵੇ, ਜਿੱਥੇ ਆਪਸ਼ਨਸ ਹੋਣ, ਚੋਇਸਿਸ ਦਿੱਤੀਆਂ ਹੋਣ, ਅਸੀਂ ਲਗਾਵਾਂਗੇ ਔਰ. ਦੋ ਚੋਇਸਿਸ ਨੇ, she likes to swim, comma, or she prefers to jog in the park. Last sentence देखो. I was angry, I did not scold him. ਕਹਿੰਦੇ ਮੈਨੂੰ ਗੁੱਸਾ ਸੀ ਪਰ ਰਾਈਟ ਪਰ ਮੈਂ ਉਹਨੂੰ ਸਕੋਲਡ ਨਹੀਂ ਕੀਤਾ. ਹੁਣ ਇੱਥੇ ਆ ਗਿਆ ਕਿ ਭਾਵੇਂ ਮੈਨੂੰ ਗੁੱਸਾ ਸੀ ਪਰ ਫਿਰ ਵੀ ਮੈਂ ਉਹਨੂੰ ਸਕੋਲਡ ਨਹੀਂ ਕੀਤਾ, ਪਰ ਫਿਰ ਵੀ, ਰਾਈਟ? ਸੋ I was angry, comma, yet. ਫਿਰ ਵੀ I did not scold him. I hope it's clear. Now let's move on to the next type. Now talking about the third type, which is complex sentence. ਹੁਣ ਕੰਪਲੈਕਸ ਸੈਂਟੈਂਸ ਕੀ ਹੁੰਦਾ? ਕੰਪਲੈਕਸ ਸੈਂਟੈਂਸ ਦੀ ਪਛਾਣ ਇਹ ਹੈ ਕਿ ਇਹਦੇ ਵਿੱਚ ਤੁਹਾਡੇ ਕੋਲ ਇੱਕ ਡਿਪੈਂਡੈਂਟ ਕਲੌਜ਼ ਹੋਏਗੀ ਔਰ ਇੱਕ ਇੰਡੀਪੈਂਡੈਂਟ ਕਲੌਜ਼ ਹੋਏਗੀ, ਰਾਈਟ? ਸੋ ਇਟ ਹੈਜ਼ ਅ ਡਿਪੈਂਡੈਂਟ ਕਲੌਜ਼ ਐਂਡ ਐਨ ਇੰਡੀਪੈਂਡੈਂਟ ਕਲੌਜ਼. ਹੁਣ ਵਾਟ ਇਜ਼ ਡਿਪੈਂਡੈਂਟ ਐਂਡ ਵਾਟ ਇਜ਼ ਇੰਡੀਪੈਂਡੈਂਟ ਇੱਕ ਐਗਜ਼ਾਮਪਲ ਤੋਂ ਸਮਝਦੇ ਹੋ. ਦੇਖੋ, when I feel sad, ਜਦ ਵੀ ਮੈਂ ਉਦਾਸ ਫੀਲ ਕਰਦਾ, ਜਦ ਵੀ ਮੈਂ ਉਦਾਸ ਹੁੰਨਾ, ਸੋ when I feel sad. ਹੁਣ ਇਹ ਜਿਹੜੀ ਚੀਜ਼ ਹੈ ਬਹੁਤ ਅਧੂਰੀ ਹੈ. ਜੇ ਮੈਂ ਤੁਹਾਨੂੰ ਕਹਾਂ when I feel sad ਤੇ ਉਸ ਤੋਂ ਬਾਅਦ then what, ਫਿਰ ਇਹ ਪੂਰੀ ਸੈਂਸ ਨਹੀਂ ਦੇ ਰਿਹਾ, ਇਹ ਅੱਧੀ ਅਧੂਰੀ ਜੀ ਗੱਲ ਹੈ. ਕਿਤੇ ਨਾ ਕਿਤੇ ਇਹ ਕੰਪਲੀਟ ਸੈਂਸ ਨਹੀਂ ਦੇ ਰਹੀ ਇਹ ਗੱਲ ਕਿ ਜਦ ਮੈਂ ਉਦਾਸ ਫੀਲ ਕਰਦਾ ਤਦ ਕੀ, ਰਾਈਟ? ਸੋ ਇਹਦਾ ਮਤਲਬ ਕਿ ਇਹਨੂੰ ਇਹਦੀ ਸੈਂਸ ਬਣਾਉਣੀ ਸਾਨੂੰ ਕੁਝ ਇਹਦੇ ਅੱਗੇ ਲਗਾਉਣਾ ਪੈਣਾ ਹੈ ਜਿਹਦੇ ਨਾਲ ਇਹਦੀ ਸੈਂਸ ਬਣੇ, ਰਾਈਟ? ਹੁਣ ਜਿੱਦਾਂ when I feel sad ਅਸੀਂ ਲਗਾ ਦਿੰਦੇ ਹਾਂ comma, I listen to the music, right? ਹੁਣ ਇਹ ਕੀ ਹੈ? I listen to the music एक independent clause है, इन्हें ਇਹਦੀ सेंस complete कर ਦਿੱਤੀ. So I listen to the music ਇਹ ਕੀ ਹੈ? ਇਹ independent clause ਹੈ क्योंकि देखो ਇਹਦੇ subject भी है verb भी है ਸਾਡੇ ਕੋਲ, right? और ਇਹ ਆਪਣੀ सेंस अपने आप complete कर रहा है, ਇਹਨੂੰ ਇਹਦੀ ਲੋੜ ਨਹੀਂ ਹੈ. I listen to the music ਨੂੰ ਇਹਦੀ ਲੋੜ ਨਹੀਂ ਹੈ, ਇਹ ਇੰਡੀਪੈਂਡੈਂਟ ਹੈ. ਬਟ ਇਹ ਜਿਹੜਾ ਇੰਡੀਪੈਂਡੈਂਟ ਕਲੌਜ਼ ਹੈ ਇਸ ਡਿਪੈਂਡੈਂਟ ਕਲੌਜ਼ ਦੀ ਸੈਂਸ ਕੰਪਲੀਟ ਕਰ ਰਿਹਾ. ਇਹਦਾ ਮਤਲਬ ਇਹ ਜਿਹੜੀ ਕਲੌਜ਼ ਹੈ, ਰਾਈਟ, ਇਹ ਇਹਦੇ ਕੀ ਹੈ? ਡਿਪੈਂਡੈਂਟ ਹੈ.
ਇਹ ਇਹਦੇ ਬਿਨਾ ਮਤਲਬ ਨਹੀਂ ਦੇ ਪਾ ਰਹੀ, ਬਟ ਇਹ ਕੱਲਾ ਆਈ ਲਿਸਨ ਟੂ ਦ 뮤직 ਇਹ ਇੰਡੀਪੈਂਡੈਂਟ ਆਪਣੇ ਆਪ ਮਤਲਬ ਆਪਣਾ ਕਲੀਅਰ ਕਰ ਰਹੀ ਹੈ। ਸੋ ਇਹ ਕੀ ਹੈ? ਡਿਪੈਂਡੈਂਟ ਕਲੌਜ਼, ਰਾਈਟ। ਇਹ ਕੀ ਹੈ? ਇੰਡੀਪੈਂਡੈਂਟ ਕਲੌਜ਼, ਰਾਈਟ। ਸੋ ਦਿਸ ਇਜ਼ ਇਹ ਸਾਡੀ ਕੰਪਲੈਕਸ ਸੈਂਟੈਂਸ ਦੀ ਪਛਾਣ ਹੈ ਕਿ ਇਹਦੇ ਵਿੱਚ ਇੱਕ ਡਿਪੈਂਡੈਂਟ ਕਲੌਜ਼ ਹੋਏਗੀ ਔਰ ਇੱਕ ਇੰਡੀਪੈਂਡੈਂਟ ਕਲੌਜ਼ ਹੋਏਗੀ, ਰਾਈਟ। ਸੋ ਵੈਨ ਆਈ ਫੀਲ ਸੈਡ ਆਈ ਲਿਸਨ ਟੂ ਦ 뮤직, ਅਸੀਂ ਕੋਮਾ ਲਗਾ ਕੇ ਇੱਕ ਕੰਪਲੈਕਸ ਸੈਂਟੈਂਸ ਨੂੰ ਬਣਾ ਲਿਆ, ਰਾਈਟ। ਇਹ ਇਹਦੀ ਕੰਪਲੈਕਸ ਸੈਂਟੈਂਸ ਦੀ ਪਛਾਣ ਹੈ। ਹੁਣ ਦੇਖਦੇ ਹਾਂ ਕੁਝ ਐਗਜ਼ਾਮਪਲਸ। ਹੁਣ ਇਹ ਤੁਹਾਡੇ ਸਾਹਮਣੇ ਕੁਝ ਐਗਜ਼ਾਮਪਲਸ, ਕੁਝ ਸੈਂਟੈਂਸਸ, ਰਾਈਟ। ਕੰਪਲੈਕਸ ਸੈਂਟੈਂਸਸ ਪਹਿਲਾਂ ਤੁਸੀਂ ਇਹਦੇ ਵਿੱਚ ਪਹਿਚਾਨ ਕਰੋ ਕਿ ਇਹਦੇ ਵਿੱਚ ਡਿਪੈਂਡੈਂਟ ਕਲੌਜ਼ ਕਿਹੜੀ ਹੈ ਤੇ ਇੰਡੀਪੈਂਡੈਂਟ ਕਲੌਜ਼ ਕਿਹੜੀ ਹੈ, ਕਿਉਂਕਿ ਇਹ ਸਮਝ ਲੱਗਣਾ ਤੁਹਾਨੂੰ ਬਹੁਤ ਜ਼ਰੂਰੀ ਹੈ ਕਿ ਇੰਡੀਪੈਂਡੈਂਟ ਕਲੌਜ਼ ਕਿਹੜੀ ਹੈ ਤੇ ਡਿਪੈਂਡੈਂਟ ਕਲੌਜ਼ ਕਿਹੜੀ ਹੈ। ਹੈਵ ਸਮ ਟਾਈਮ ਔਰ ਇਹਨੂੰ ਜਰਾ ਦੇਖੋ ਕਿ ਵਿਚ ਵਨ ਇਜ਼ ਇੰਡੀਪੈਂਡੈਂਟ ਐਂਡ ਵਿਚ ਵਨ ਇਜ਼ ਡਿਪੈਂਡੈਂਟ। ऑलराइट, चलो हम देखते हैं। पहला सेंटेंस देखो, आई कैनॉट लिफ्ट द बॉक्स बिकॉज इट इज वेरी हैवी। पहला है आई कैनॉट लिफ्ट द बॉक्स, मैं बॉक्स नहीं चुक सकता, राइट। दूसरा बिकॉज बिकॉज इट इज वेरी हैवी, क्योंकि ये बहुत भारी है। हुण जे मैं तुहानू कहां क्योंकि ये बहुत भारी है, तुसीं कहना देन क्योंकि ये बहुत भारी है। हुण तुसीं देखो मैं बॉक्स नहीं चुक सकता, राइट। हुण ये प्रॉपर अपनी सेंस दे रहा है भी मैं बॉक्स नहीं चुक सकता, राइट। एक ही है साडी इंडिपेंडेंट क्लॉज, राइट। बट क्योंकि ये बहुत भारी है, देन व्हाट, ਤੁਹਾਡੇ ਦਿਮਾਗ 'ਚ ਪਤਾ ਕਿ ਇਹ ਬਹੁਤ ਭਾਰੀ ਹੈ ਤੇ ਫਿਰ ਹੁਣ ਇਹ ਕੀ ਹੈ, ਫਿਰ ਇਹ ਪੂਰੀ ਸੈਂਸ ਨਹੀਂ ਦੇ ਰਿਹਾ, ਇਹ ਇਹਦੇ ਨਾਲ ਲੱਗ ਕੇ ਇਹਨੂੰ ਸੈਂਟੈਂਸ ਕੰਪਲੀਟ ਬਣ ਰਹੀ ਹੈ ਕਿ ਮੈਂ ਬਾਕਸ ਨਹੀਂ ਚੁੱਕ ਸਕਦਾ ਕਿਉਂਕਿ ਇਹ ਬਹੁਤ ਭਾਰੀ ਹੈ। ਸੋ ਇਹ ਜਿਹੜਾ ਇਹ ਕੀ ਹੈ ਸਾਡਾ ਡਿਪੈਂਡੈਂਟ ਕਲੌਜ਼। ਅਗਲਾ ਸੈਂਟੈਂਸ ਦੇਖੋ, although the night was dark, ਵੀ ਭਾਵੇਂ ਬਹੁਤ ਹਨੇਰਾ ਸੀ, ਭਾਵੇਂ ਬਹੁਤ ਹਨੇਰਾ ਸੀ। ਹੁਣ ਜੇ ਮੈਂ ਤੁਹਾਨੂੰ ਕਹਾਂ ਭਾਵੇਂ ਬਹੁਤ ਹਨੇਰਾ ਸੀ, ਫਿਰ ਕੀ ਹੋਇਆ ਅੱਗੇ, ਵੀ ਕੋਈ ਅੱਗੇ ਗੱਲ ਚਾਹੀਦੀ ਹੈ ਸਾਨੂੰ ਕਹਿਣ ਨੂੰ ਵੀ ਭਾਵੇਂ ਬਹੁਤ ਹਨੇਰਾ ਸੀ। ਦੈਨ ਸੋ ਭਾਵੇਂ ਬਹੁਤ ਹਨੇਰਾ ਸੀ, ਹੀ ਡਿਡ ਨੋਟ ਫੀਲ ਅਫਰੇਡ, ਪਰ ਉਹ ਡਰਿਆ ਨਹੀਂ, ਉਹ ਡਰਿਆ ਨਹੀਂ। ਸੋ ਉਹ ਡਰਿਆ ਨਹੀਂ, ਇਹ ਕੀ ਹੈ ਸਾਡਾ ਇੰਡੀਪੈਂਡੈਂਟ ਕਲੌਜ਼। ਪਰ ਭਾਵੇਂ ਬਹੁਤ ਹਨੇਰਾ ਸੀ ਇਹਦੀ ਸੈਂਸ ਕੰਪਲੀਟ ਨਹੀਂ ਹੈ, ਇਸ ਕਰਕੇ ਕੀ ਹੈ ਸਾਡਾ ਡਿਪੈਂਡੈਂਟ ਕਲੌਜ਼, ਰਾਈਟ। ਨੈਕਸਟ ਸੈਂਟੈਂਸ ਦੇਖੋ, ਯੂ ਕੈਨ ਵਾਚ ਟੈਲੀਵਿਜ਼ਨ, ਵੀ ਤੁਸੀਂ ਟੀਵੀ ਦੇਖ ਸਕਦੇ ਹੋ, ਠੀਕ ਹੈ। ਸੈਂਸ ਬਣ ਰਹੀ ਹੈ ਵੀ ਤੁਸੀਂ ਟੀਵੀ ਦੇਖ ਸਕਦੇ ਹੋ, ਯੂ ਕੈਨ ਵਾਚ ਟੈਲੀਵਿਜ਼ਨ ਇੰਡੀਪੈਂਡੈਂਟ। ਹੁਣ ਆ ਦੇਖੋ, ਇਫ ਯੂ ਆਰ ਫ੍ਰੀ, ਜੇ ਤੂੰ ਵਿਹਲਾ। ਹੁਣ ਮੈਂ ਕਹਾਂ ਵੀ ਜੇ ਤੂੰ ਵਿਹਲਾ ਹੈ ਤਾਂ ਕਹਿਣਾ ਹਾਂਜੀ ਫਿਰ ਕੀ ਕਰੀਏ ਜੇ ਤੂੰ ਵਿਹਲਾ। ਹੁਣ ਆ ਦੇਖੋ ਫਿਰ ਯੂ ਕੈਨ ਵਾਚ ਟੈਲੀਵਿਜ਼ਨ ਇਫ ਯੂ ਆਰ ਫ੍ਰੀ, ਸੋ ਜੇ ਤੂੰ ਵਿਹਲਾ ਸੈਂਸ ਕੰਪਲੀਟ ਨਹੀਂ ਹੈ, ਇਹਦੇ ਨਾਲ ਰਲ ਕੇ ਵੀ ਤੁਸੀਂ ਟੈਲੀਵਿਜ਼ਨ ਦੇਖ ਸਕਦੇ ਹੋ ਜੇ ਤੂੰ ਵਿਹਲਾ, ਰਾਈਟ। ਸੋ ਜੇ ਤੂੰ ਵਿਹਲਾ ਸੈਂਸ ਉਦਾਂ ਨਹੀਂ ਬਣ ਰਹੀ, ਸੋ ਕੀ ਹੈ ਸਾਡਾ डिपेंडेंट क्लॉज, राइट। आई होप तुहानू समझ लग रही है, बहुत ईजी है। देखो, आई विल गिव हिम योर मैसेज वेन एवर आई सी हिम, मैं उन्होंने तुहाडा मैसेज दे दूंगा, आई विल गिव हिम योर मैसेज। तुसीं मैनू कोई मैसेज देवोगे, कोई नहीं, मैं तुहाडा मैसेज दे दूंगी उन्होंने, राइट। सो आई विल गिव हिम योर मैसेज, सेंस कंप्लीट है। आ देखो, वेन एवर आई सी हिम, जद भी मैं उन्होंने मिलूंगा, जद भी मैं उन्होंने मिलूंगा मतलब हुण फिर की, जद भी मैं उन्होंने मिलूंगा सेंस कंप्लीट नहीं है। सो एक ही है साडी डिपेंडेंट क्लॉज है और एक ही है इंडिपेंडेंट क्लॉज। नेक्स्ट देखो, वेयर एवर शी गोज, वेयर एवर शी गोज मतलब जिथे भी वो जाती है। हुण जिथे भी वो जाती है फिर की हुंदा उत्थे जाके, सो जिथे भी जाती है सेंस कंप्लीट नहीं है। सो एक ही है साडी डिपेंडेंट क्लॉज। और शी विन्स रिस्पेक्ट, वो सबकी इज्जत जितती है। सो एक ही साडी इंडिपेंडेंट क्लॉज, राइट। आई होप तुहानू क्लियर हो गया कि डिपेंडेंट क्लॉज और इंडिपेंडेंट क्लॉज केड़ी है। हुण स्टूडेंट्स तुसीं ये देखना है कि जेड़े मैं इहदे च कंजंक्शनस लगाए, बिकॉज यूज कीता, देन ऑल्दो यूज कीता, इफ यूज कीता, whenever यूज कीता, wherever यूज कीता, right। So these are because, although, if, whenever, wherever, these are subordinating conjunctions, right। subordinating conjunctions ਅਸੀਂ ਜਦ ਵੀ complex sentence ਬਣਾਉਂਦੇ ਆ, we always use subordinating conjunctions, right। so these all are because, if, although,
whenever, wherever, any subordinating conjunctions to make a complex sentence, right? ਹੁਣ ਇੱਕ ਹੋਰ ਚੀਜ਼ ਦਾ ਧਿਆਨ ਰੱਖੋ, ਤੁਸੀਂ ਦੇਖੋ ਕਿ ਸੈਕੰਡ ਸੈਂਟੈਂਸ ਔਰ ਫੋਰਥ ਸੈਂਟੈਂਸ ਦੇ ਵਿੱਚ ਜਦ ਮੈਂ ਸੈਂਟੈਂਸ ਲਗਾਇਆ, ਰਾਈਟ, ਸੈਕੰਡ ਸੈਂਟੈਂਸ ਔਰ ਫਿਫਥ ਵਿੱਚ, ਸੈਕੰਡ ਔਰ ਫਿਫਥ, ਤੁਸੀਂ ਦੇਖੋ मैं कॉमा लगाया, हूं पहला देखो आई कैन नॉट लिफ्ट द बॉक्स बिकॉज इट इज वेरी हैवी, मैं बिकॉज आगे कोई कॉमा नहीं लगाया, बट ऑल्दो द नाइट वाज डार्क मैं कॉमा लगाया, उसमें लगाया ही डिड नॉट फील अफ्रेड। थर्ड में देखो यू कैन वॉच टेलीविजन इफ, इतने कोई कॉमा नहीं है, द आई विल गिव हिम योर मैसेज व्हेनेवर, सो व्हेनेवर तो पहला भी कॉमा नहीं है, बट फिफ्थ सेकंड और फिफ्थ wherever she goes comma she wins respect, ਹੁਣ देखो सेकंड और फिफ्थ ਦੇ ਵਿੱਚ मैं कॉमा लगाया आ, बट फस्ट थर्ड और फोर्थ ਦੇ ਵਿੱਚ मैं कॉमा ਦਾ यूज नहीं किया, क्यों? ਇਹਦਾ ਵੀ ਇੱਕ ਲੌਜਿਕ ਹੈ, ਸਮਝੋ। ਜੇ ਤੁਹਾਡਾ ਸੈਂਟੈਂਸ ਦੇ ਵਿੱਚ ਜੇ ਡਿਪੈਂਡੈਂਟ ਕਲੌਜ਼ ਪਹਿਲਾਂ ਆ ਰਹੀ ਹੈ ਔਰ ਇੰਡੀਪੈਂਡੈਂਟ ਕਲੌਜ਼ ਬਾਅਦ ਚੋਂ ਆ ਰਹੀ ਹੈ, ਤਦ ਅਸੀਂ ਕੌਮਾ ਯੂਜ਼ ਕਰਾਂਗੇ ਕਲੌਜ਼ ਨੂੰ ਡਿਫਰੈਂਸ਼ੀਏਟ ਕਰਨ ਲਈ, ਰਾਈਟ? ਪਰ ਜਿੱਥੇ ਤੁਹਾਡੀ ਇੰਡੀਪੈਂਡੈਂਟ ਕਲੌਜ਼ ਪਹਿਲਾਂ ਆ ਰਹੀ ਹੈ ਔਰ ਡਿਪੈਂਡੈਂਟ ਬਾਅਦ ਚੋਂ ਆ ਰਹੀ ਹੈ, ਉੱਥੇ ਅਸੀਂ ਕੌਮਾ ਦਾ ਯੂਜ਼ नहीं करांगे। मैं दोबारा समझानी हाँ कि जिथे असी सेंटेंस दे विच साडी डिपेंडेंट क्लॉज पहला है, हुण तुसीं देखो सेकंड सेंटेंस ऑल्दो द नाइट वाज डार्क कॉमा ही डिड नॉट फील अफ्रेड कॉमा दा यूज किया, बट थर्ड यू कैन वॉच टेलीविजन इफ यू आर फ्री, इत्थे असीं कॉमा दा यूज नहीं किया क्योंकि साडी इंडिपेंडेंट क्लॉज पहला है ते डिपेंडेंट क्लॉज बाद चो है। सो जे देखो wherever she goes comma she wins respect क्योंकि डिपेंडेंट क्लॉज पहला, आई रिपीट, जे साडी डिपेंडेंट क्लॉज पहला और इंडिपेंडेंट क्लॉज बाद चो है तो असी करांगे कॉमा का यूज, पर जे साडी इंडिपेंडेंट क्लॉज पहला है और डिपेंडेंट क्लॉज बाद चो है तो असी कॉमा का यूज नहीं करांगे कंजंक्शन तो पहला। इस चीज का तुसी ध्यान रखना है। नाउ लेट्स मूव फॉरवर्ड एंड हैव सम मोर एग्जांपल्स। Now I'll tell you another type of dependent clause कि dependent clause एक होर type जिन्हों ਅਸੀਂ कहने हैं relative clause। relative clause, ਹੁਣ what is relative clause? जे सिंपल भाषा च कहिए तो relative clause एक ऐसी dependent clause है ਜਿਹੜੀ कि relative pronouns ਦੀ ਮਦਦ ਨਾਲ ਬਣਦੀ ਹੈ। relative pronouns ਜਿਵੇਂ कि who, that, which, where, when and many more। so जब भी असी relative pronouns ਦੀ ਮਦਦ ਦੇ ਨਾਲ dependent clause बनाने हैं या complex sentence बनाने हैं, then वो relative clause बनती है। example देखो, he is the boy who had made a mistake, right? ਹੁਣ ਤੁਸੀਂ ਦੇਖੋ ਕਿ ਇਹ ਜਿਹੜਾ sentence ਹੈ ਇਹ ਦੋ sentences ਦੇ combination ਹੈ। he is the boy, he had made a mistake। ਹੁਣ ਇਸ sentence ਅਸੀਂ who ਲਗਾਤਾ, he is the boy who had made a mistake। ਹੁਣ ਜੇ ਮੈਂ ਕਹਾਂ who had made a mistake, ਇੱਕ dependent clause ਹੈ क्योंकि ਇਹ sense complete ਨਹੀਂ ਕਰਦਾ ਵੀ ਜਿੰਨੇ ਗਲਤੀ ਕੀਤੀ ਹੈ। ਹੁਣ ਦੇਖੋ ਇਹਦੇ ਨਾਲ ਸਾਨੂੰ ਕੁਝ ਨਾ ਕੁਝ ਐਡ ਕਰਨਾ ਪੈਣਾ ਹੈ ਸੈਂਸ ਦੇਣ ਨੂੰ, ਜਿੰਨੇ ਗਲਤੀ ਕੀਤੀ ਹੈ ਕਿ ਮਤਲਬ ਇਨਕੰਪਲੀਟ ਹੈ। ਸੋ ਇਹ ਕੀ ਹੈ ਸਾਡਾ डिपेंडेंट या ਅਸੀਂ ਨੂੰ ਰਿਲੇਟਿਵ ਕਲੌਜ਼ ਕਵਾਂਗੇ ਕਿਉਂਕਿ ਡਿਪੈਂਡੈਂਟ ਕਲੌਜ਼ ਹੀ ਹੈ ਰਿਲੇਟਿਵ ਕਲੌਜ਼। ਕਿਉਂ? ਕਿਉਂਕਿ ਇੱਥੇ ਅਸੀਂ who ਰਿਲੇਟਿਵ ਪ੍ਰੋਨਾਉਨ ਲਗਾ ਕੇ ਅਸੀਂ ਐਡ ਕੀਤਾ ਰਿਲੇਟਿਵ ਕਲੌਜ਼ ਹੈ। ਐਂਡ he is the boy ਇਹ ਕੀ ਹੈ ਸਾਡੀ इंडिपेंडेंट क्लॉज है क्योंकि इतने प्रॉपर सेंस बन रही है, राइट? इतने किसी भी चीज की लोड़ नहीं है, बल्कि इस सेंटेंस नु इस क्लॉज नु इस सेंटेंस की लोड़ है भी ओही मुंडा है जिन्हें गलती की है। सो जिन्हें गलती की है इंडिपेंडेंट नहीं है, ये डिपेंडेंट है। रिलेटिव क्लॉज क्योंकि ਅਸੀਂ who ਦਾ यूज किया एंड he is the boy ਇਹ इंडिपेंडेंट है। सो ਇਹ ਦੋ ਸੈਂਟੈਂਸਸ ਦੇ ਕੰਬੀਨੇਸ਼ਨ से who ਐਡ ਕੀਤਾ। ਸਿੰਪਲੀ ਡਿਪੈਂਡੈਂਟ ਕਲੌਜ਼ ਜਿਹੜੀ ਹੈ ਜਿਹਦੇ ਵਿੱਚ ਅਸੀਂ ਰਿਲੇਟਿਵ ਪ੍ਰੋਨਾਉਂਸ ਅਸੀਂ ਐਡ ਕਰਦੇ ਹਾਂ ਉਹਨੂੰ ਅਸੀਂ ਰਿਲੇਟਿਵ ਕਲੌਜ਼ ਕਹਿੰਦੇ ਆ ਔਰ ਇਹ ਕੰਪਲੈਕਸ ਸੈਂਟੈਂਸ ਬਣਾਉਂਦੀ ਹੈ ਕਿਉਂਕਿ ਕੰਪਲੈਕਸ ਸੈਂਟੈਂਸ ਆਲਰੇਡੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਉਹਦੇ ਚ ਇੱਕ ਇੰਡੀਪੈਂਡੈਂਟ ਕਲੌਜ਼ ਹੋਗੀ ਡਿਪੈਂਡੈਂਟ ਹੋਏਗੀ ਔਰ ਡਿਪੈਂਡੈਂਟ ਹਮੇਸ਼ਾ ਕਦੀ ਵੀ ਸੈਂਸ ਕੰਪਲੀਟ ਨਹੀਂ ਦਿੰਦੀ, ਇੰਡੀਪੈਂਡੈਂਟ ਦੇ ਨਾਲ ਮਿਲ ਕੇ सेंस कंप्लीट दिंदी है। So I hope it's clear। Now ਅਸੀਂ ਦੇਖਦੇ ਹਾਂ ਕੁਝ ਹੋਰ examples। The movie is now available on Netflix। It won an award। ਹੁਣ ਇਹ ਜਿਹੜਾ ਪਹਿਲਾ sentence ਹੈ ਇਹ combination of ਦੋ sentences ਦਾ ਹੈ। The movie is now available on Netflix। It won an award।
ਹੁਣ ਅਸੀਂ ਇਹਦੇ ਚ ਕੀ ਕੀਤਾ, ਅਸੀਂ ਇਹਦੇ ਚ ਵਿਚ ਲਗਾ ਦਿੱਤਾ। ਦੇਖੋ ਦ ਮੂਵੀ ਇਜ਼ ਨਾਓ ਅਵੇਲੇਬਲ ਔਨ ਨੈਟਫਲਿਕਸ ਵਿਚ ਵਨ ਐਨ ਅਵਾਰਡ। ਸੋ ਜਿਹੜੀ ਮੂਵੀ ਨੂੰ ਅਵਾਰਡ ਮਿਲਿਆ ਸੀ, ਸੋ ਹੁਣ ਦੇਖੋ ਵਿਚ ਵਨ ਐਨ ਅਵਾਰਡ। ਜੇ ਮੈਂ ਤੁਹਾਨੂੰ ਕਹਾਂ ਕਿ ਜਿਹਨੂੰ ਅਵਾਰਡ ਮਿਲਿਆ ਸੀ, ਰਾਈਟ, ਕਿਹਨੂੰ ਅਵਾਰਡ ਮਿਲਿਆ ਸੀ, ਉਹਦੇ ਬਾਰੇ ਕੀ ਗੱਲ ਕਰਨੀ ਹੈ। ਡਿਪੈਂਡੈਂਟ ਕਲੌਜ਼ ਹੈ, ਸੈਂਸ ਕੰਪਲੀਟ ਨਹੀਂ ਹੈ। ਸੋ ਅੱਗੇ ਅਸੀਂ ਲਗਾਤਾ ਦ ਮੂਵੀ ਇਜ਼ ਨਾਓ ਅਵੇਲੇਬਲ ਔਨ ਨੈਟਫਲਿਕਸ। ਸੋ ਇਹਦਾ ਮਤਲਬ ਇੱਥੇ ਮੂਵੀ ਦੀ ਗੱਲ ਹੋ ਰਹੀ ਹੈ, ਰਾਈਟ। ਸੋ ਅਸੀਂ ਵਿਚ ਲਗਾਤਾ, ਰਿਲੇਟਿਵ ਪ੍ਰੋਨਾਉਨ ਲਗਾ ਕੇ ਅਸੀਂ ਇਹਨੂੰ ਰਿਲੇਟਿਵ ਕਲੌਜ਼, ਡਿਪੈਂਡੈਂਟ ਕਲੌਜ਼ ਬਣਾਤਾ, ਰਾਈਟ। ਸੋ ਤੁਸੀਂ ਦੇਖੋ ਕਿ ਵਿਚ ਦੇ ਨਾਲ ਇਹ ਜਿਹੜਾ ਰਿਲੇਟਿਵ ਕਲੌਜ਼ ਹੈ, ਇਹ ਜਿਹੜੀ ਇੰਡੀਪੈਂਡੈਂਟ ਕਲੌਜ਼ ਦੇ ਬਾਰੇ, ਮੂਵੀ ਬਾਰੇ ਐਕਸਟਰਾ ਇਨਫੋਰਮੇਸ਼ਨ ਦੇ ਰਿਹਾ ਕਿ ਜਿਹੜੀ ਮੂਵੀ ਹੁਣ ਨੈਟਫਲਿਕਸ ਤੇ ਅਵੇਲੇਬਲ ਹੈ ਉਹਨੂੰ ਅਵਾਰਡ ਵੀ ਮਿਲਿਆ। ਸੋ ਜਿਹੜੀ ਵੀ ਡਿਪੈਂਡੈਂਟ ਕਲੌਜ਼ਸ ਅਸੀਂ ਗੱਲ ਕਰਾਂਗੇ ਉਹ ਇੰਡੀਪੈਂਡੈਂਟ ਕਲੌਜ਼ ਦੇ ਬਾਰੇ ਐਕਸਟਰਾ ਇਨਫੋਰਮੇਸ਼ਨ ਦਿੰਦਾ, ਔਰ ਆਪਣੇ ਆਪ ਦੇ ਵਿੱਚ ਇਹ ਡਿਪੈਂਡੈਂਟ ਨੇ, ਇਹ ਪੂਰਾ ਸੈਂਸ ਨਹੀਂ ਦਿੰਦੇ। ਦੇਖੋ ਵਿਚ ਲਗਾਇਆ, ਵਿਚ ਵਨ ਐਨ ਅਵਾਰਡ, ਰਾਈਟ। ਇਹ ਰਿਲੇਟਿਵ ਕਲੌਜ਼ ਹੈ। ਆਲਰੇਡੀ ਮੈਂ ਤੁਹਾਨੂੰ ਦੱਸ ਚੁੱਕੀ ਕਿ ਰਿਲੇਟਿਵ ਕਲੌਜ਼ ਜਿਹੜੀ ਉਹ ਡਿਪੈਂਡੈਂਟ ਕਲੌਜ਼ ਹੁੰਦੀ ਹੈ। ਨੈਕਸਟ ਦੇਖੋ, ਦ ਰੈਸਟੋਰੈਂਟ ਵਾਜ਼ ਐਕਸਲੈਂਟ ਵੇਅਰ ਵੀ ਹੈਡ ਡਿਨਰ ਲਾਸਟ ਨਾਈਟ। ਹੁਣ ਇਹ ਵੀ ਦੋ ਸੈਂਟੈਂਸਸ ਦਾ ਮਿਸ਼ਰਣ ਹੈ। ਦ ਰੈਸਟੋਰੈਂਟ ਵਾਜ਼ ਐਕਸਲੈਂਟ ਪੂਰੀ ਸੈਂਸ ਬਣ ਰਹੀ ਹੈ, ਰਾਈਟ। ਉਸ ਤੋਂ ਬਾਅਦ ਵੀ ਹੈਡ ਡਿਨਰ ਲਾਸਟ ਨਾਈਟ। ਹੁਣ ਅਸੀਂ ਕੀ ਕੀਤਾ, ਇਹਨਾਂ ਦੋਨਾਂ ਨੂੰ ਕੰਬਾਈਨ ਕੀਤਾ ਕਿ ਜਿਹੜਾ ਰੈਸਟੋਰੈਂਟ ਜਿੱਥੇ ਅਸੀਂ ਲਾਸਟ ਨਾਈਟ ਡਿਨਰ ਕੀਤਾ ਉਹ ਬਹੁਤ ਵਧੀਆ ਸੀ। ਹੁਣ ਇਹ ਐਕਸਟਰਾ ਇਨਫੋਰਮੇਸ਼ਨ ਦੇ ਰਿਹਾ, ਔਰ ਇੱਥੇ ਅਸੀਂ ਕੀ ਲਗਾਤਾ, ਰਿਲੇਟਿਵ ਪ੍ਰੋਨਾਉਨ ਵੇਅਰ। ਸੋ ਵੇਅਰ ਲਗਾ ਕੇ ਵੀ ਹੈਡ ਡਿਨਰ ਲਾਸਟ ਨਾਈਟ, ਇਹ ਸਾਡਾ ਕੀ ਬਣ ਗਿਆ, ਰਿਲੇਟਿਵ ਕਲੌਜ਼, ਓਕੇ। ਔਰ ਜੇ ਮੈਂ ਤੁਹਾਨੂੰ ਕਹਾਂ where we had dinner last night, सेंस कंप्लीट नहीं है। मैं आगे क्या, the restaurant was excellent where we had dinner last night। so a relative clause है, dependent है, और a जड़ी है the restaurant was excellent, a केड़ी है, a independent clause है, अपने आप जो सेंस कंप्लीट कर रही है। the restaurant was excellent, right, where the use के the relative pronoun। next देखो, the cake was delicious you baked for me। दो sentences ਦਾ combination है, the cake was delicious you baked for me। ਹੁਣ you baked for me, ਜਿਵੇਂ ਕਹਾਂ you baked for me, ਤੁਸੀਂ ਕਹੋਗੇ what you baked, ਕਿ ਕਿਹਦੇ ਬਾਰੇ ਗੱਲ ਹੋ ਰਹੀ ਹੈ, ਸੈਂਸ ਕੰਪਲੀਟ ਨਹੀਂ ਹੈ। ਸੋ ਅਸੀਂ ਕੀ ਕੀਤਾ, the cake was delicious, ਇਹ ਆਪਣੇ ਆਪ ਚ ਸੈਂਟੈਂਸ सेंस कंप्लीट कर रहा है कि द केक वाज डिलीशियस, बहुत स्वाद सी केक। सो की है, इंडिपेंडेंट क्लॉज है। और ਅਸੀਂ ਇਹਦੇ ਵਿੱਚ that relative pronoun ਲਗਾ ਕੇ that you baked for me, ਵੀ ਜਿਹੜਾ ਕੇਕ ਤੂੰ ਮੇਰੇ ਲਈ ਬਣਾਇਆ ਸੀਗਾ, ਬੇਕ ਕੀਤਾ ਸੀ, ਉਹ ਬਹੁਤ ਜ਼ਿਆਦਾ ਸਵਾਦ ਸੀ। ਦੋ ਕੰਬੀਨੇਸ਼ਨ ਸੈਂਟੈਂਸਸ से that ਲਗਾਤਾ, ਇਹ ਸਾਡਾ ਰਿਲੇਟਿਵ ਕਲੌਜ਼ ਹੋ ਜਾਏਗਾ ਡਿਪੈਂਡੈਂਟ, एंड ए साडा हो गया इंडिपेंडेंट क्लॉज। नेक्स्ट देखो, द वुमन इज अ डॉक्टर शी लिव्स नेक्स्ट डोर। दो सेंटेंसेस का कॉम्बिनेशन है कि वो औरत डॉक्टर है ਜਿਹੜੀ कि साडे घर दे नाल रहंदी है। दो सेंटेंसेस का कॉम्बिनेशन है। ਅਸੀਂ ਕੀ ਕੀਤਾ, द वुमन इज अ डॉक्टर who lives next door, ਅਸੀਂ ਨੂੰ ਕੰਬਾਈਨ ਕਰਤਾ by using relative pronoun who। so who lives next door, ਇਹ ਜਿਹੜਾ ਹੋ ਗਿਆ ਸਾਡਾ relative clause, and this is the woman is a doctor, sense बिल्कुल complete है, easily पता लग रहा है। so independent clause है। next देखो, he came to me it was raining। so when it was raining he came to me it was raining। ਹੁਣ it was raining की गल, कोई सेंस कंप्लीट नहीं है कि it was raining। you will say then what, कि जब मीह पै रहा सी तद की होया, भी की गल बनी। so ਅਸੀਂ ਕੀ ਕੀਤਾ, he came to me, ਵੀ ਉਹ ਮੇਰੇ ਕੋ ਆਇਆ। ਦੇਖੋ ਆधा सेंस कंप्लीट बनता है, भी ਉਹ ਮੇਰੇ ਕੋਲ ਆਇਆ। ਇਹ ਕੀ ਹੈ, इंडिपेंडेंट क्लॉज हो गया साडी, ठीक है। दिस इज इंडिपेंडेंट क्लॉज, बट ਅਸੀਂ when लगाया and it was raining, when it was raining, ਇਹ ਸਾਡੀ ਹੋਗੀ relative clause, right। ਹੁਣ ਤੁਸੀਂ ਇਹ ਦੇਖੋ ਕਿ ਅਸੀਂ ਇਹ ਜਿਹੜੇ ਵੀ ਵਰਡਸ ਲਗਾਏ which, where, that, who, when, ਇਹਨਾਂ ਨੂੰ ਵੀ ਯੂਜ਼ ਕਰਨ ਦਾ ਤਰੀਕਾ ਹੈ। who ਅਸੀਂ ਉੱਥੇ ਲਗਾਵਾਂਗੇ ਜਿੱਥੇ ਕਿ ਕੋਈ ਪਰਸਨ ਦੀ ਗੱਲ ਹੋਈ, ਰਾਈਟ। ਆ ਸੈਂਟੈਂਸ ਦੇਖੋ, the woman is a doctor who lives next door। ਅਸੀਂ who ਕਿਉਂ ਯੂਜ਼ ਕਰਦੇ, ਕਿਉਂਕਿ ਕਿਸੇ ਪਰਸਨ ਬਾਰੇ ਗੱਲ ਹੋ ਰਹੀ ਹੈ। ਜਦ ਵੀ ਕਿਸੇ ਪਰਸਨ ਬਾਰੇ ਗੱਲ ਹੋ ਰਹੀ ਹੈ ਔਰ ਤੁਸੀਂ ਉਹਦਾ ਕੰਪਲੈਕਸ ਸੈਂਟੈਂਸ ਬਣਾਉਣਾ, ਤੁਸੀਂ ਰਿਲੇਟਿਵ ਪ੍ਰੋਨਾਉਨ ਯੂਜ਼ ਕਰੋਗੇ who। नेक्स्ट देखो, that
दैट ਅਸੀਂ नॉन लिविंग थिंग्स ਦੀ ਲਗਾਵਾਂਗੇ ਜਿਵੇਂ ਆ ਦੇਖੋ ਕੇਕ ਵਾਲੀ ਗੱਲ ਹੋਈ ਦ ਕੇਕ ਵਾਸ ਡਿਲੀਸ਼ੀਅਸ दैट यू बेक्ड फॉर मी सो केक बारे गल हो रही है सो केक एक नॉन लिविंग थिंग है ਤੁਸੀਂ दैट ਦਾ ਯੂਜ਼ ਕਰ ਸਕਦੇ ਹੋ ਵਿਚ ਦਾ ਵੀ ਯੂਜ਼ ਕਰ ਸਕਦੇ ਹੋ ਸੋ दैट ਐਂਡ ਵਿਚ ਦੋਨੋਂ ਜਾਣਗੇ नॉन लिविंग थिंग्स ਦੇ नेक्स्ट देखो वेयर इज यूज फॉर प्लेस जब भी किसी जगह का मेंशन होएगा देखो और रेस्टोरेंट की गल हुई एक जगह की गल हुई द रेस्टोरेंट वाज एक्सीलेंट वेयर वी हैड डिनर लास्ट नाइट सो जिथे जगह दी मेंशन है तो विल बी यूजिंग वेयर एंड व्हेन ਅਸੀਂ यूज करांगे टाइम ਦੇ ਲਈ राइट टाइम सो वेयर इज यूज फॉर प्लेस सो व्हेन जद आ देखो he came to me when it was raining ਉਹ ਮੇਰੇ ਕੋ ਤਦ ਆਇਆ ਜਦ ਮੀਂਹ ਪੈ ਰਿਹਾ ਸੀ so when will be used for time so ਜਦ ਵੀ ਤੁਸੀਂ relative pronouns use ਕਰਨੇ ਆ ਧਿਆਨ ਰੱਖਣਾ ਤਦ ਹੀ ਤੁਸੀਂ ਇਹਨੂੰ relative clauses ਬਣਾਓਗੇ and this is a very easy way when you make your complex sentences by using relative pronouns now we have some examples ਅਸੀਂ simple sentences ਨੇ ਸਾਡੇ ਕੋਲ ਅਸੀਂ ਇਹਨਾਂ sentences ਨੂੰ complex ਬਣਾਵਾਂਗੇ by using these conjunctions and relative pronouns right ਪਹਿਲਾਂ ਦੇਖੋ ਪਹਿਲੇ ਸਾਡੇ ਕੋਲ ਦੋ simple sentence ਨੇ exercise is important for a healthy lifestyle दूसरा sentence है some people find it difficult to make time for it ਅਸੀਂ use ਕਰਨਾ ਹੈ even though means ਭਾਵੇਂ ਹੁਣ ਦੇਖੋ ਕਿੱਥੇ ਅਸੀਂ ਲਗਾਵਾਂਗੇ ਈਵਨ ਦੋ ਅਸੀਂ ਲਗਾਵਾਂਗੇ ਪਹਿਲੇ ਤੇ ਕਿ ਭਾਵੇਂ ਐਕਸਰਸਾਈਜ਼ ਇੰਪੋਰਟੈਂਟ ਹੈ ਹੈਲਦੀ ਲਾਈਫਸਟਾਈਲ ਲਈ ਈਵਨ ਦੋ ਐਕਸਰਸਾਈਜ਼ ਅਸੀਂ ਈਵਨ ਦੋ ਇੱਥੇ ਫਿਟ ਕਰਾਂਗੇ ਈਵਨ ਦੋ exercise is important for healthy lifestyle comma some people find it difficult to make time for it ਤੁਸੀਂ ਦੇਖੋ ਸਾਡੇ ਕੋਲ ਦੋ ਸਿੰਪਲ ਕਲੌਜ਼ਸ ਸੀਗੀਆਂ ਅਸੀਂ even though ਫਿਟ ਕਰਕੇ ਇੱਕ ਡਿਪੈਂਡੈਂਟ ਕਲੌਜ਼ ਬਣਾ ਲਈ ਔਰ ਇੱਕ ਇੰਡੀਪੈਂਡੈਂਟ ਕਲੌਜ਼ ਬਣਾ ਲਈ ਹੁਣ ਦੇਖੋ some people find it difficult to make time for it ਇਹ ਸਾਡਾ ਇੰਡੀਪੈਂਡੈਂਟ ਕਲੌਜ਼ ਹੈ ਰਾਈਟ ਤੇ ਆ ਦੇਖੋ ਸੈਂਟੈਂਸ ਭਾਵੇਂ ਐਕਸਰਸਾਈਜ਼ ਇੰਪੋਰਟੈਂਟ ਹੈ ਫॉर ਅ ਹੈਲਦੀ ਲਾਈਫਸਟਾਈਲ ਹੁਣ ਦੇਖੋ ਜੇ ਮੈਂ ਕਹਾਂ ਕਿ ਭਾਵੇਂ ਐਕਸਰਸਾਈਜ਼ ਇੰਪੋਰਟੈਂਟ ਹੈ ਹੈਲਦੀ ਲਾਈਫਸਟਾਈਲ ਲਈ ਹੁਣ ਇਹ ਸੈਂਸ ਇਨਕੰਪਲੀਟ ਹੈ ਇਹਦੇ ਅੱਗੇ ਕੁਝ ਹੋਰ ਚਾਹੀਦਾ ਦੈਨ ਵਾਟ ਰਾਈਟ ਸੋ even though exercise is important for a healthy lifestyle ਇਹ ਸਾਡਾ ਹੋ ਗਿਆ dependent clause ਅਸੀਂ even though fit ਕਰਨਾ okay next देखो ਸਾਡੇ ਕੋਲ again two simple sentences ਨੇ the impact of social media is paramount second sentence it has transformed the way we communicate and share ideas ਅਸੀਂ word use ਕਰਨਾ because ਸਾਡੀ conjunction ਹੁਣ ਦੇਖੋ ਅਸੀਂ ਕਹਾਂਗੇ ਕਿਉਂਕਿ ਸੋਸ਼ਲ ਮੀਡੀਆ ਇਸ ਕਰਕੇ ਇੰਪੋਰਟੈਂਟ ਹੈ ਪੈਰਾਮਾਉਂਟ ਹੈ ਕਿਉਂਕਿ ਅਸੀਂ ਉਹਨੂੰ ਯੂਜ਼ ਕਰਦੇ ਹਾਂ ਕਮਿਊਨੀਕੇਟ ਜਾਂ ਸ਼ੇਅਰ ਆਈਡੀਆਜ਼ ਲਈ ਸੋ ਅਸੀਂ ਸਾਡਾ ਦਾ ਇੰਪੈਕਟ ਆਫ ਸੋਸ਼ਲ ਮੀਡੀਆ ਇਜ਼ ਪੈਰਾਮਾਉਂਟ ਇੱਥੇ ਯੂਜ਼ ਕਰਾਂਗੇ because it has transformed the way we communicate and share ideas ਹੁਣ ਇਹਦੇ ਵਿੱਚ ਇਹ ਜਿਹੜੀ ਹੈ because it has transformed the way we communicate and share ideas ਇਹ ਸਾਡੀ ਹੋ ਗਈ dependent clause and this is the impact of social media is paramount this is independent clause right ਹੁਣ ਤੁਸੀਂ ਦੇਖੋ ਕਿ ਇਹਦੇ ਵਿੱਚ ਕਿਉਂਕਿ ਮੇਰਾ independent clause ਪਹਿਲਾਂ ਆਈ ਹੈ ਤੇ dependent clause ਬਾਅਦ ਚ ਮੈਂ conjunction ਦੇ ਨਾਲ comma ਨਹੀਂ ਯੂਜ਼ ਕੀਤਾ बट ਇੱਥੇ ਕਿਉਂਕਿ ਡਿਪੈਂਡੈਂਟ ਕਲੌਜ਼ ਪਹਿਲਾਂ ਸੀ ਇੰਡੀਪੈਂਡੈਂਟ ਕਲੌਜ਼ ਬਾਅਦ ਚ ਤੇ ਮੈਂ ਕਾਮਾ ਯੂਜ਼ ਕੀਤਾ ਰਾਈਟ ਅਸੀਂ ਕਲੌਜ਼ਸ ਨੂੰ ਸੈਪਰੇਟ ਕਰਨ ਲਈ ਕਾਮਾ ਯੂਜ਼ ਕੀਤਾ ਔਰ ਇੱਥੇ ਅਸੀਂ ਕਾਮਾ ਨਹੀਂ ਯੂਜ਼ ਕੀਤਾ ਨੈਕਸਟ ਦੇਖੋ ਆਈ ਨੋ ਅ ਟੀਚਰ she is able to guide you about science and technology ਦੋ ਸਿੰਪਲ ਸੈਂਟੈਂਸਸ ਨੇ ਇਹ ਚ ਅਸੀਂ ਯੂਜ਼ ਕਰਾਂਗੇ relative pronoun who already have told you who ਅਸੀਂ ਯੂਜ਼ ਕਰਦੇ ਹਾਂ ਪਰਸਨ ਲਈ ਸੋ I know a teacher who so she ਦੀ ਜਗ੍ਹਾ ਅਸੀਂ use ਕਰਾਂਗੇ who I know a teacher who is able to guide you about science and technology personally use ਹੋ ਗਿਆ right ਇਹ ਸਾਡੀ relative I know a teacher ਇਹ ਸਾਡੀ independent clause ਹੋ ਗਈ ਔਰ who is able to guide you about science and technology relative clause ਹੋ ਗਈ next ਦੇਖੋ this is the room Rajan lived in this room ਹੁਣ ਦੋ simple sentences ਨੇ sense complete ਹੈ this is the room Rajan lived in this room ਅਸੀਂ use ਕਰਨਾ where place ਲਈ so this is the room ਹੁਣ ਅਸੀਂ ਇਹਨੂੰ change ਕਰਾਂਗੇ this is the room ਹੁਣ use ਕਰਾਂਗੇ where ਕਿਉਂਕਿ room ਕਿਹੜਾ ਹੈ ਅਸੀਂ already use ਕੀਤਾ this is the room where Rajan lived so this is the room sada independent clause and where Rajan lived relative clause
So by using subordinating conjunctions and relative pronouns, you can easily transform your simple sentences into complex. This is the way. ਸੋ ਸਟੂਡੈਂਟਸ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਸਿੰਪਲ ਸੈਂਟੈਂਸਸ ਨੂੰ ਜਦ ਅਸੀਂ ਕੰਪਲੈਕਸ ਬਣਾਉਂਦੇ ਆ, ਦੇਖੋ ਕੰਪਲੈਕਸ ਸੈਂਟੈਂਸ ਆਈ ਹੈਵ ਆਲਰੇਡੀ ਟੋਲਡ ਯੂ ਕਿ ਸਾਡੇ ਕੋਲ ਇੱਕ ਡਿਪੈਂਡੈਂਟ ਕਲੌਜ਼ ਹੋਏਗੀ ਔਰ ਇੱਕ ਇੰਡੀਪੈਂਡੈਂਟ ਕਲੌਜ਼ ਹੋਏਗੀ। ਹੁਣ ਇਹਨਾਂ ਸੈਂਟੈਂਸਸ ਨੂੰ ਜੇ ਅਸੀਂ ਕੀਤਾ, ਸਾਡੇ ਕੋਲ ਦੋ ਸਿੰਪਲ ਸੈਂਟੈਂਸਸ ਸੀਗੇ, ਰਾਈਟ। ਅਸੀਂ ਦੋਨੋਂ ਸੈਂਟੈਂਸਸ ਨੂੰ ਕਿੱਦਾਂ ਕੰਪਲੈਕਸ ਬਣਾਇਆ, ਅਸੀਂ ਕੰਜੰਕਸ਼ਨ ਐਡ ਕੀਤੀ। ਜਿੱਦਾਂ ਹੀ ਅਸੀਂ ਸਬੋਰਡੀਨੇਟਿੰਗ ਕੰਜੰਕਸ਼ਨ ਐਡ ਕੀਤੀ ਤੇ ਸਾਡੀ ਇੱਕ ਸਟੇਟਮੈਂਟ ਇੰਡੀਪੈਂਡੈਂਟ ਰਹਿ ਗਈ ਔਰ ਇੱਕ ਡਿਪੈਂਡੈਂਟ ਬਣ ਗਈ। ਸੋ ਇਹ ਚੀਜ਼ ਤੁਸੀਂ ਧਿਆਨ ਰੱਖਣੀ ਕਿ ਕੰਪਲੈਕਸ ਸੈਂਟੈਂਸ ਦੇ ਵਿੱਚ ਇੱਕ ਤੁਹਾਡੇ ਕੋਲ ਡਿਪੈਂਡੈਂਟ ਕਲੌਜ਼ ਹੋਏਗੀ ਔਰ ਦੂਸਰੀ ਇੰਡੀਪੈਂਡੈਂਟ ਹੋਏਗੀ। ਇਹੀ ਪਛਾਣ ਹੈ ਕੰਪਲੈਕਸ ਸੈਂਟੈਂਸ ਦੀ। one will be independent clause and second will be dependent clause, right? So ਇਹਨੂੰ ਬਣਾਉਣ ਦਾ ਤਰੀਕਾ ਜਾਂ ਤਾਂ ਤੁਸੀਂ subordinate conjunctions use ਕਰ ਸਕਦੇ ਹੋ ਜਾਂ ਫਿਰ ਤੁਸੀਂ relative pronouns use ਕਰ ਸਕਦੇ ਹੋ, right? So ਅਸੀਂ ਦੋ ਤਰੀਕੇ ਨਾਲ sentences ਬਣਾਏ ਕਿ simple sentences ਨੂੰ ਅਸੀਂ dependent clause और independent clause complex ਚ change ਕਰ ਦਿੱਤਾ। ਦੇਖੋ ਇਹਦੇ ਚ ਅਸੀਂ relative pronouns use ਕੀਤੇ ਔਰ ਇੱਕ ਅਸੀਂ independent clause ਬਣਾਤੀ, ਇੱਕ relative dependent ਬਣਾ ਦਿੱਤੀ। ਇਹਦੇ ਚ ਅਸੀਂ subordinating conjunctions ਦਾ use ਕੀਤਾ ਔਰ ਅਸੀਂ simple ਦੋ independent statements ਨੂੰ ਅਸੀਂ ਇੱਕ independent ਬਣਾਤਾ ਔਰ ਇੱਕ dependent ਬਣਾਤਾ। ਇਸ ਚ confuse ਤੁਸੀਂ ਨਹੀਂ ਹੋਣਾ। ਹੁਣ ਅਸੀਂ ਕਰਾਂਗੇ ਇੱਕ another type that is complex compound sentence। ਹੁਣ complex compound sentence ਕੀ ਹੈ, ਨਾਮ ਤੋਂ ਹੀ ਤੁਹਾਨੂੰ ਪਤਾ ਲੱਗ ਰਿਹਾ ਕਿ ਇਸ sentence type ਦੇ ਵਿੱਚ ਤੁਹਾਡੇ ਕੋਲ complex sentence ਵੀ ਹੋਣਗੇ ਤੇ compound ਵੀ। complex I have already told you is एक dependent clause होएगी, एक independent clause होएगी और compound ਦੇ ਵਿੱਚ ਦੋਨੋਂ ਹੀ independent clauses ਹੋਣਗੀਆਂ। ਹੁਣ ਇਸ type of sentence ਨੂੰ end ਚ ਕਰਾਉਣ ਦਾ ਕੀ ਮਕਸਦ ਹੈ, ਕਿਉਂਕਿ ਅਸੀਂ ਰੋਜ਼ ਜਿਹੜੀ ਡੇਲੀ ਯੂਸੇਜ ਵਿੱਚ ਸੈਂਟੈਂਸਸ ਬੋਲਦੇ ਹਾਂ, ਅਸੀਂ ਲੰਬੀਆਂ ਗੱਲਾਂ ਕਰਦੇ ਹਾਂ, ਅਸੀਂ ਛੋਟੇ ਛੋਟੇ ਸੈਂਟੈਂਸਸ ਨਹੀਂ ਬੋਲਦੇ, ਅਸੀਂ ਲੰਬੀਆਂ ਗੱਲਾਂ ਕਰਦੇ ਹਾਂ। ਔਰ ਜਦ ਅਸੀਂ ਲੰਬੀਆਂ ਗੱਲਾਂ ਕਰਦੇ ਹਾਂ ਉਹਦੇ 'ਚ ਹਰ ਟਾਈਪ ਆਫ ਸੈਂਟੈਂਸ ਦਾ ਯੂਜ਼ ਕਰਦੇ ਹਾਂ, ਚਾਹੇ ਉਹ ਸਿੰਪਲ ਹੈ, ਚਾਹੇ ਕੰਪਲੈਕਸ ਹੈ, ਚਾਹੇ ਕੰਪਾਊਂਡ ਹੈ। ਐਗਜ਼ਾਮਪਲ ਦੇਖੋ, ਦੇਖੋ ਦਿੱਤਾ ਦ ਟ੍ਰੇਨ ਵਾਜ਼ ਡਿਲੇਡ, I missed my appointment. It was very frustrating. I had to reschedule it for another day. ਹੁਣ ਤੁਸੀਂ ਦੇਖੋ ਚਾਰ ਸੈਂਟੈਂਸਸ ਨੇ ਔਰ ਇਹਨਾਂ ਦਾ ਆਪਸ ਵਿੱਚ ਕੋਈ ਕੰਬੀਨੇਸ਼ਨ ਨਹੀਂ ਹੈ, ਕਿਤੇ ਨਾ ਕਿਤੇ ਟੁੱਟਦਾ ਪਿਆ, ਕਿਤੇ ਨਾ ਕਿਤੇ ਕੁਝ ਮਿਸਿੰਗ ਹੈ। ਜਿੱਦਾਂ ਦ ਟ੍ਰੇਨ ਵਾਜ਼ ਡਿਲੇਡ, ਫਿਰ ਕਿ I missed my appointment, it was very, ਸੋ ਅਸੀਂ ਨੂੰ ਕੰਬੀਨੇਸ਼ਨ ਬਣਾਉਣ ਦੇ ਲਈ we will be using conjunctions। ਔਰ ਜਦੋਂ ਅਸੀਂ ਕੰਜੰਕਸ਼ਨਸ ਯੂਜ਼ ਕਰਾਂਗੇ ਸੈਂਟੈਂਸਸ ਕੰਪਾਊਂਡ ਤੇ ਕੰਪਲੈਕਸ ਬਣਨਗੇ। ਦੇਖੋ ਜਿੱਦਾਂ ਦ ਟ੍ਰੇਨ ਵਾਜ਼ ਡਿਲੇਡ, ਹੁਣ ਕਿਉਂ ट्रेन लेट हो गई, आई मिस्ड माई अपॉइंटमेंट, क्योंकि ट्रेन लेट हो गई तो मेरी अपॉइंटमेंट मिस हो गई, इतने की लगेगा सो, इस वजह ना, राइट। सो द ट्रेन वाज डिलेड कॉमा सो आई मिस्ड माई अपॉइंटमेंट, एक कंपाउंड सेंटेंस बन गया कि ट्रेन लेट हो गई इस करके मैं अपनी अपॉइंटमेंट मिस कर देती, कॉमा लगा के ਅਸੀਂ सो लगा लांगे, कंपाउंड सेंटेंस बन गया। अगे देखो इट वाज वेरी फ्रस्ट्रेटिंग, ਹੁਣ ਇਹ ਸਾਰਾ ਸੀਨ ਕਿ ट्रेन लेट हो गई, मेरी अपॉइंटमेंट मिस हो गई, ये सब कुछ बहुत फ्रस्ट्रेटिंग सी, राइट। इतने से लगाएंगे विच, ਤੁਸੀਂ ਤੇ that भी लगा सकते हो, which was, right। so it ਦੀ ਜਗ੍ਹਾ ਅਸੀਂ यूज कर ਲਾਂਗੇ which was very frustrating। ਇਹ ਸਾਰਾ ਸੀਨ ट्रेन लेट होने ਦਾ, अपॉइंटमेंट मिस होने ਦਾ, which was very frustrating, right। एक ही बन गया कॉम्प्लेक्स, ਅਸੀਂ which relative pronoun ਦਾ यूज करके relative clause बनाती, complex sentence बनाता। एंड उस तो बाद देखो I had to reschedule it for another day, ਇੱਥੇ ਕੀ ਬਣ ਜਾਏਗਾ एंड, और मैनू फिर एक नवी अपॉइंटमेंट लेनी पई, एक नवी रीस्केड्यूल अपनी अपॉइंटमेंट करनी पई क्योंकि मैं मिस करती। इतने से लगावांगे कॉमा पाके एंड, राइट। एक कंपाउंड सेंटेंस बन गया। सो कॉम्बिनेशन ऑफ कॉम्प्लेक्स एंड कंपाउंड सेंटेंस, इच कॉम्प्लेक्स सेंटेंसेस भी ने ते कंपाउंड सेंटेंस भी है, राइट। नेक्स्ट देखो, she cooked delicious meal, she invited her friends for dinner। ਹੁਣ ਉਹਨੇ ਦੋ ਸਿੰਪਲ ਸੈਂਟੈਂਸ ਨੇ ਕਿ ਉਹਨੇ ਡਿਲੀਸ਼ੀਅਸ ਮੀਲ ਬਣਾਇਆ, ਸਵਾਦ ਖਾਣਾ ਬਣਾਇਆ ਔਰ ਉਹਨੇ ਆਪਣੇ ਫਰੈਂਡਸ ਨੂੰ ਇਨਵਾਈਟ ਕੀਤਾ। ਸੋ ਇੱਥੇ ਖਾਣਾ ਬਣਾਇਆ ਤੇ ਦੋ ਐਕਸ਼ਨਸ ਹੋਏ, ਸੋ ਦੋ ਇੰਡੀਪੈਂਡੈਂਟ ਕਲੌਜ਼ਸ ਨੇ, ਅਸੀਂ ਲਗਾ ਦਾਂਗੇ ਐਂਡ ਕੌਮਾ ਪਾ ਕੇ, she cooked delicious meal and she comma and she invited her friends for dinner, right। ਹੁਣ ਤੁਸੀਂ ਦੇਖੋ ਕਿ ਉਹਨੇ ਖਾਣਾ ਕਿਉਂ, she wanted to celebrate her promotion, ਕਿ ਉਹਨੇ ਖਾਣਾ ਕਿਉਂ ਬਣਾਇਆ ਔਰ ਉਹਨੇ ਫਰੈਂਡਸ ਨੂੰ ਕਿਉਂ ਬੁਲਾਇਆ, ਇੱਥੇ ਰੀਜ਼ਨ ਹੈ ਕਿ she wanted to celebrate her promotion। ਅੱਗੇ ਲਾ ਦਾਂਗੇ ਅਸੀਂ ਕੌਮਾ ਪਾ ਕੇ because she wanted to celebrate her promotion। ਹੁਣ ਤੁਸੀਂ ਦੇਖੋ ਐਂਡ ਪਾ ਕੇ ਅਸੀਂ ਕੰਪਾਊਂਡ ਬਣਾਇਆ, ਜਦ ਬਿਕॉज ਲੱਗਾ ਹੈ
ਕੰਪਲੈਕਸ ਸੈਂਟੈਂਸ ਬਣ ਗਿਆ। ਸੋ ਇਸ ਤਰੀਕੇ ਨਾਲ ਅਸੀਂ ਕੰਬੀਨੇਸ਼ਨ, ਬਿਕਾਜ਼ ਕੰਬੀਨੇਸ਼ਨ ਸੈਂਟੈਂਸਸ ਬਣਾ ਕੇ ਕੰਪਲੈਕਸ ਕੰਪਾਊਂਡ ਸੈਂਟੈਂਸਸ ਨੂੰ ਅਸੀਂ ਬਣਾ ਕੇ ਅਸੀਂ ਮਿਕਸ ਸੈਂਟੈਂਸ ਕੀਤੇ। ਸੋ ਦਿਸ ਇਜ਼ complex compound sentences, and it's very easy to make these sentences by using coordinating conjunctions, subordinating conjunctions, and relative pronouns. So thank you for watching this video. I hope ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏਗੀ। So do let me know ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਸੋ ਇਸ ਵੀਡੀਓ ਦੇ ਰਾਹੀਂ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਈਜ਼ੀ ਔਰ ਸ਼ਾਰਟ ਤਰੀਕੇ ਨਾਲ ਤੁਹਾਨੂੰ ਟਾਈਪਸ ਆਫ ਸੈਂਟੈਂਸਸ ਸਮਝਾਈਏ। ਅਸੀਂ ਹੋਰ ਵੀ ਦੇਖੋ ਡਿਟੇਲ ਪਾਰਟ 2 ਲੈ ਕੇ ਆਵਾਂਗੇ, ਜਿਸ ਅਸੀਂ ਹੋਰ ਡਿਟੇਲ ਪ੍ਰੈਕਟਿਸ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਕਰਾਵਾਂਗੇ। ਸੀ ਇੰਗਲਿਸ਼ ਜੇ ਤੁਸੀਂ ਸਿੱਖਣਾ ਚਾਹੁੰਦੇ ਹੋ, ਯੂ ਨੀਡ ਟੂ ਪ੍ਰੈਕਟਿਸ ਇਟ। ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ। ਸੋ ਜੇ ਤੁਸੀਂ ਪਰਫੈਕਟ ਹੋਣਾ ਚਾਹੁੰਦੇ ਹੋ ਇੰਗਲਿਸ਼, ਡੂ ਪ੍ਰੈਕਟਿਸ ਥੀਸ ਸੈਂਟੈਂਸਸ, ਐਂਡ ਜਲਦ ਹੀ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਟਿਲ ਦੈਨ, keep learning, keep subscribing your only English learning channel, True Stone English Guru.